ਉਹਦੀ ਗਾਈਡੈਂਸ ਹਮੇਸ਼ਾ ਮਿਲਦੀ ਰਹਿੰਦੀ ਆ। ਜੇ ਗੁਰੂ ਨੂੰ ਅੰਗ ਸੰਗ ਸਮਝੀਏ ਤਾਂ ਅਸੀਂ ਚੜ੍ਹਦੀ ਕਲਾ 'ਚ ਰਹਿੰਦੇ ਹਾਂ ਤੇ ਸਾਡਾ ਡਾਊਨਫਾਲ ਕਦੇ ਨਹੀਂ ਹੁੰਦਾ ਹੈਗਾ। ਸਾਡੇ ਇਮੋਸ਼ਨਸ ਡਾਊਨ ਕਦੇ ਨਹੀਂ ਹੁੰਦੇ। ਜੇ ਹੁੰਦੇ ਆ ਤਾਂ ਅਸੀਂ ਬਾਣੀ ਪੜ੍ਹੀਏ ਤਾਂ ਸਾਨੂੰ ਉਹ ਚੜ੍ਹਦੀ ਕਲਾ ਦਾ ਜੀਵਨ ਮਿਲਦਾ ਹੈਗਾ। ਜਦੋਂ ਅਜਿਹਾ ਕ੍ਰੂਸ਼ੀਅਲ ਮੂਮੈਂਟ ਹੁੰਦਾ, ਇਨਸਾਨ ਬਾਣੀ ਬਹੁਤ ਪੜ੍ਹਦਾ ਹੈ ਉਦੋਂ ਮਨ ਦੇ ਵਿੱਚ। ਤਾਂ ਜਦੋਂ ਇਹ ਪੂਰਾ ਚੱਲ ਰਿਹਾ ਸੀਗਾ ਲਾਂਚ ਦਾ ਸਿਸਟਮ, ਤਾਂ ਤੁਸੀਂ ਵੀ ਕੀ ਬਾਣੀ ਪੜ੍ਹ ਰਹੇ ਸੀਗੇ? ਆਪਾਂ ਸਾਰੇ ਮਤਲਬ ਦੇ ਯਾਰ ਆ ਨਾ। ਜਦੋਂ ਸਾਨੂੰ ਲੋੜ ਪੈਂਦੀ ਆ ਵੀ ਇੱਥੇ ਸਾਨੂੰ ਉੱਠਿਆ ਇਹ ਤੇ ਆਪਾਂ ਕਿਹਨੂੰ ਯਾਦ ਕਰਦੇ ਆ? ਗੁਰੂ ਸਾਹਿਬ ਨੇ ਸੋਚਦੇ ਕਿ ਮੈਨੂੰ ਇਹ ਤੇ ਹੁਣ ਮੁਸ਼ਕਲ 'ਚ ਯਾਦ ਕੀਤਾ, ਜਦੋਂ ਖੁਸ਼ ਹੁੰਦਾ ਉਦੋਂ ਯਾਦ ਨਹੀਂ ਕਰਦਾ ਹੋਏਗਾ। ਠੀਕ ਹੈ, ਪਰ ਫਿਰ ਵੀ ਉਹ ਆ ਕੇ ਹੈਲਪ ਕਰਦੇ ਆ, ਮਦਦ ਕਰਦੇ ਆ। ਚੰਦਰਯਾਨ 3 ਦੇ ਵਿੱਚ ਪੂਰਾ ਕੀ ਰੋਲ ਰਿਹਾ? ਤੇ ਜੋ ਕੁਆਲਿਟੀ ਟੀਮ ਆ ਉਹਦਾ ਮੈਂ ਹੈਡ ਹਾਂ। ਓਕੇ, ਉਹ ਮੇਰੀ ਟੀਮ ਕੰਮ ਕਰਦੀ ਸੀ। ਵਰਲਡ ਵਿੱਚ ਪਹਿਲਾ ਦੇਸ਼ ਬਣਿਆ ਸਾਡਾ ਕਿ ਅਸੀਂ ਉੱਥੇ ਉਸ ਸਾਊਥ ਪੋਲ ਤੇ ਚੰਦਰਮਾ ਦੇ ਜਿੱਥੇ ਅੱਜ ਤੱਕ ਕੋਈ ਨਹੀਂ ਜਾ ਸਕਿਆ, ਅਸੀਂ ਉੱਥੇ ਲੈਂਡ ਕੀਤਾ ਹੈ। ਤਾਂ ਜੇ ਆਪਾਂ ਇਹ ਕਹੀਏ ਕਿ ਬਹੁਤ ਸਾਰੇ ਸੈਟੇਲਾਈਟਸ, ਬਹੁਤ ਸਾਰੇ ਰਾਕੇਟਸ ਤੁਸੀਂ ਆਪਣੇ ਹੱਥਾਂ ਦੇ ਵਿੱਚੋਂ ਭੇਜੇ ਹੋਏ ਨੇ, ਤੇ ਗਲਤ ਨਹੀਂ ਹੋਊਗਾ? ਕਰੀਬ ਅਗਰ ਮੈਂ ਇਦਾਂ ਕਾਊਂਟ ਨਹੀਂ ਕੀਤਾ, ਲੇਕਿਨ 100 ਦੇ ਕਰੀਬ ਸੈਟੇਲਾਈਟ ਤੇ ਕੰਮ ਕੀਤਾ ਹੋਏਗਾ। ਔਰ ਬਹੁਤ ਸਾਰੇ ਸੈਟੇਲਾਈਟ ਨੂੰ ਹੱਥੀਂ ਜੋ ਰਾਕੇਟ ਜਿਹਦੇ ਵਿੱਚ ਲਾਂਚ ਹੁੰਦੇ ਆ, ਇਹ ਸਾਡਾ ਬੱਚਾ ਹੀ ਹੈ, ਅਸੀਂ ਬੱਚੇ ਵਾਂਗੂ ਉਸ ਨੂੰ ਤਿਆਰ ਕੀਤਾ। ਤਾਂ ਕੀ ਉਹ ਸੇਮ ਫੀਲਿੰਗ ਤੁਹਾਡੀ ਵੀ ਸੀ ਕਿ ਹਾਂ ਉਹ ਸਾਡਾ ਪ੍ਰੋਡਕਟ, ਉਹ ਸਾਡਾ ਬੱਚਾ, ਉਹ ਬੇਬੀ ਸਾਡਾ ਉਹ ਪਹੁੰਚ ਚੁੱਕਿਆ ਹੈ? ਉਹ ਤੁਸੀਂ ਬਹੁਤ ਸਹੀ ਵਰਡ ਯੂਜ਼ ਕੀਤਾ। ਅਸੀਂ ਉਹਨੂੰ ਆਪਣੇ ਬੱਚੇ ਵਾਂਗ ਹੀ ਇੱਕ ਤਰ੍ਹਾਂ ਦਾ ਤਿਆਰ ਕਰਦੇ ਹਾਂ। ਔਰ ਉਹਨਾਂ ਅਟੈਚਮੈਂਟ ਜਿੱਦਾਂ ਆਪਣੇ ਬੱਚੇ ਨਾਲ ਹੁੰਦਾ, ਉਸ ਤੋਂ ਵੱਧ ਸ਼ਾਇਦ ਕਈ ਵਾਰੀ ਅਟੈਚਮੈਂਟ ਉਸ ਚੀਜ਼ ਨਾਲ ਹੁੰਦਾ, ਕਿਉਂਕਿ ਉਹ ਪੂਰੇ ਦੇਸ਼ ਦੇ ਕੰਮ ਆਣੀ ਹੁੰਦੀ ਹੈ, ਪੂਰੇ ਦੇਸ਼ ਵਾਸਤੇ ਹੁੰਦੀ ਆ। ਕਿਉਂਕਿ ਉਹ ਜੋ ਫੀਲਿੰਗ ਹੈ ਨਾ ਇੱਕ ਤਰ੍ਹਾਂ ਦੀ, ਮਤਲਬ ਉਹ ਫੀਲਿੰਗ ਨੂੰ ਬਿਆਨ ਨਹੀਂ ਕਰ ਸਕਦੇ ਆਪਾਂ। ਖਾਲੀ ਉਹ ਦੇਖਿਆ ਜਾ ਸਕਦਾ, ਫੀਲ ਕੀਤਾ ਜਾ ਸਕਦਾ, ਪਰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਪ੍ਰੋਸੈਸ ਕਰੀਬ 4 ਸਾਲ ਦਾ 2019 ਚ ਸ਼ੁਰੂ ਕੀਤਾ ਸੀ ਔਰ 2023 ਵਿੱਚ ਅਸੀਂ 14 ਜੁਲਾਈ ਨੂੰ ਲਾਂਚ ਕੀਤਾ ਹੈਗਾ। ਜੋ ਐਟਮੋਸਫੀਅਰ ਚੰਦਰਮਾ ਤੇ ਹੁੰਦਾ, ਉਹ ਐਟਮੋਸਫੀਅਰ ਅਸੀਂ ਇੱਥੇ ਕ੍ਰੀਏਟ ਕਰਕੇ, ਇੱਕ ਚੈਂਬਰ ਹੁੰਦਾ, ਥਰਮੋ ਵੈਕਿਊਮ ਚੈਂਬਰ ਬੋਲਦੇ ਉਹਨੂੰ, ਕਿਉਂਕਿ ਉੱਥੇ ਵੈਕਿਊਮ ਹੈ ਤੇ ਵੈਕਿਊਮ ਕ੍ਰੀਏਟ ਕਰਕੇ ਉਹ ਟੈਂਪਰੇਚਰ ਕ੍ਰੀਏਟ ਕਰਕੇ ਅਸੀਂ ਸੈਟੇਲਾਈਟ ਦਾ ਨੂੰ ਔਨ ਕਰ ਦਿੰਦੇ ਹਾਂ। ਫੰਕਸ਼ਨਿੰਗ ਏਦਾਂ ਕਿ ਜਿੱਦਾਂ ਉਹ ਸਪੇਸ ਵਿੱਚ ਹੈਗਾ। ਉਹਦੇ ਵਿੱਚ ਜੋ ਇੱਕ ਧਰਤੀ ਆ, ਏਦਾਂ ਹੀ ਉੱਥੇ ਵੀ ਧਰਤੀ ਆ। ਬੇਸਿਕਲੀ ਐਗਜ਼ੈਕਟਲੀ ਜਿੱਦਾਂ ਇਹ ਧਰਤਾ ਉਦੋਂ ਵੀ ਧਰਤਾ, ਪਰ ਮਿੱਟੀ 'ਚ ਫਰਕ ਹੈਗਾ। ਜਿਹੜੀ ਲੁਨਾਰ ਦੀ ਚੰਨ ਦੀ ਮਿੱਟੀ ਆ, ਉਹ ਥੋੜੀ ਧੂਲ ਵਾਲੀ ਆ, ਥੋੜੀ ਰੇਤੀਲੀ ਹੈਗੀ ਆ। ਉਹਦੇ 'ਚ ਨਮੀ ਨਹੀਂ ਹੈਗੀ ਬੇਸਿਕਲੀ, ਮਤਲਬ ਨਮੀ ਨਾਲ ਜੁੜ ਜਾਂਦੀ ਹੈ ਨਾ ਮਿੱਟੀ, ਉਹ ਇੱਕ ਤਰ੍ਹਾਂ ਦੀ ਫ੍ਰੀ ਹੈਗੀ ਆ। ਪਰ ਉਹਦੇ ਵਿੱਚ ਜੋ ਪਹਿਲਾ ਸਾਡਾ ਮਿਸ਼ਨ ਸੀ ਚੰਦਰਯਾਨ 1, ਉਹਨੇ ਸਾਨੂੰ ਖੋਜ ਕਰਕੇ ਦੱਸਿਆ ਕਿ ਚੰਦ ਦੀ ਜੋ ਮਿੱਟੀ ਹੈਗੀ ਉਹਦੇ ਵਿੱਚ ਬਰਫ਼ ਦੇ ਕਣ ਪਾਏ ਗਏ ਆ। ਕਿੰਨੀ ਟਾਈਮ ਤੱਕ ਜੋ ਰੋਵਰ ਹੈ ਉੱਥੇ ਇੱਕ ਵਰਕ ਕਰਦਾ ਰਹੇਗਾ? ਚੰਦਰਮਾ ਤੇ ਜੋ ਦਿਨ ਔਰ ਰਾਤ ਹੈਗਾ, ਉਹ ਚੰਦਰਮਾ ਤੇ 14 ਦਿਨ, ਜੋ ਸਾਡੇ ਧਰਤੀ ਤੇ 14 ਦਿਨ ਤੇ 14 ਰਾਤਾਂ ਨੇ, ਉੱਥੇ ਉਹ ਦਿਨ ਰਹੇਗਾ 14 ਦਿਨ ਲਗਾਤਾਰ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਰਾਤ ਆਏਗੀ, ਤਾਂ ਰਾਤ ਵੀ ਫਿਰ 14 ਦਿਨ ਤੇ 14 ਰਾਤਾਂ, ਜਿੰਨੀ ਲੰਬੀ ਰਾਤ ਪਏਗੀ। ਇਸ ਦਾ ਕੋਈ ਟੈਨਿਓਰ ਹੈ, ਕੁਝ ਟਾਈਮ ਹੈ? ਨਹੀਂ, ਇਹਦਾ ਮਿਸ਼ਨ, ਇਹਦਾ ਟੈਨਿਓਰ 14 ਦਿਨ ਦਾ ਹੀ ਹੈ। ਅੱਛਾ, 14 ਦਿਨਾਂ ਦਾ ਹੀ ਹੈ। ਤੇ ਅਗਲੇ ਪ੍ਰੋਜੈਕਟਸ ਵਾਸਤੇ ਵੀ ਸਰ ਤਿਆਰ ਹੋ ਤੁਸੀਂ? ਆਲਰੇਡੀ ਕਾਫੀ ਸਾਰੇ ਪ੍ਰੋਜੈਕਟ ਰੈਡੀ ਹੈਗੇ ਆ ਲਾਂਚ ਵਾਸਤੇ। ਚੰਦਰਯਾਨ 3 ਚੰਦ ਦੇ ਉੱਤੇ ਪਹੁੰਚ ਚੁੱਕਿਆ ਹੈ ਔਰ ਭਾਰਤ ਪਹਿਲਾ ਅਜਿਹਾ ਦੇਸ਼ ਹੈ ਜੋ ਚੰਦ ਦੇ ਸਾਊਥ ਪੋਲ ਦੇ ਉੱਤੇ ਪਹੁੰਚਿਆ ਹੈ। ਚੰਦਰਯਾਨ 3 ਦੇ ਸਕਸੈਸਫੁਲ ਮਿਸ਼ਨ ਤੋਂ ਬਾਅਦ ਹਰ ਕੋਈ ਖੁਸ਼ੀ ਮਨਾ ਰਿਹਾ ਹੈ। ਹਰ ਕਿਸੇ ਦੇ ਮਨ ਦੇ ਵਿੱਚ ਇਸ ਇਵੈਂਟ ਨੂੰ ਲੈ ਕੇ, ਇਸ ਮਿਸ਼ਨ ਨੂੰ ਲੈ ਕੇ ਖੁਸ਼ੀ ਹੈ। ਔਰ ਉੱਥੇ ਹੀ ਗੱਲ ਕਰੀਏ ਸਾਇੰਟਿਸਟ ਮਹਿੰਦਰਪਾਲ ਸਿੰਘ ਜੀ ਦੀ, ਤਾਂ ਸਾਇੰਟਿਸਟ ਮਹਿੰਦਰਪਾਲ ਸਿੰਘ ਜੀ ਨੇ ਵੀ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਹੈ। ਅੱਜ ਹਰ ਕੋਈ ਸਾਇੰਟਿਸਟ ਮਹਿੰਦਰਪਾਲ ਸਿੰਘ ਜੀ ਉਹਨਾਂ ਨੂੰ ਵਧਾਈ ਦੇ ਰਿਹਾ ਹੈ, ਕਿਉਂਕਿ ਚੰਦਰਯਾਨ 3 ਦੇ ਮਿਸ਼ਨ ਦੇ ਵਿੱਚ ਮਹਿੰਦਰਪਾਲ ਸਿੰਘ ਜੀ ਉਹਨਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਹੈ। ਕੀ ਕੁਝ ਭੂਮਿਕਾ ਮਹਿੰਦਰਪਾਲ ਸਿੰਘ ਜੀ ਉਹਨਾਂ ਨੇ ਇਸ ਪੂਰੇ ਮਿਸ਼ਨ ਦੇ ਵਿੱਚ ਨਿਭਾਈ ਹੈ, ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਵੇਲੇ ਮਹਿੰਦਰਪਾਲ ਸਿੰਘ ਜੀ ਹੁਣੀ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਭ ਤੋਂ ਪਹਿਲਾਂ ਤਾਂ ਕਿਵੇਂ ਹੋ? ਠੀਕ ਹੋ? ਥਕਾਵਟ ਉਤਰੀ ਉਹ ਲੰਬੇ ਸਾਲਾਂ ਦੀ, ਜਿਸ ਦਾ ਇੰਤਜ਼ਾਰ ਤੁਸੀਂ ਬਹੁਤ ਬੇਸਬਰੀ ਦੇ ਨਾਲ ਕਰ ਰਹੇ ਸੀ? ਹਾਂਜੀ, ਬਿਲਕੁਲ। ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਚੜ੍ਹਦੀ ਕਲਾ 'ਚ ਹੈਗੇ ਆ ਜੀ। ਗੁਰੂ ਸਾਹਿਬ ਦੀ ਮਿਹਰ। ਹਾਂਜੀ
ਸਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਬਾਰੇ ਹੀ ਜਾਣਨਾ ਚਾਹਾਂਗਾ। ਮਹਿੰਦਰਪਾਲ ਸਿੰਘ ਜੀ ਹੁਣੀ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਨੇ ਔਰ ਕਿਵੇਂ ਤੁਹਾਡਾ ਇਹ ਸਾਰਾ ਸਫ਼ਰ ਰਹਿੰਦਾ ਹੈ? ਐਕਚੁਅਲੀ ਮੇਰੇ ਫਾਦਰ ਸਾਹਿਬ ਦੇਸ਼ ਦੀ ਵੰਡ ਵੇਲੇ 1947 ਵਿੱਚ ਦਸੂਹਾ ਆਏ ਸੀ, ਜੋ ਮੁਕੇਰੀਆਂ ਦੇ ਕੋਲ ਆ। ਅੱਛਾ ਜੀ। ਉੱਥੇ ਕਰੀਬ 7-8 ਸਾਲ ਰਹਿਣ ਤੋਂ ਬਾਅਦ ਉਹ ਤਰਾਈ ਦਾ ਇਲਾਕਾ ਜੋ ਉੱਤਰ ਪ੍ਰਦੇਸ਼ ਦਾ ਸੀਗਾ, ਯੂਪੀ ਦਾ, ਉੱਥੇ ਗਏ ਸੀ। ਜੀ। ਔਰ ਕਰੀਬ 1955 ਦੇ ਤੋਂ ਉੱਥੇ ਹੀ ਉਹ ਸੈਟਲ ਹੈਗੇ ਆ, ਉੱਥੇ ਖੇਤੀਬਾੜੀ ਦਾ ਕੰਮ ਕਰਦੇ ਸੀ। ਜੀ ਤੇ ਜੀ। ਮੇਰਾ ਜਨਮ ਉੱਥੇ ਹੀ ਪਿੰਡ ਕਰਨਪੁਰ ਵਿੱਚ ਹੋਇਆ Okay. 1965 ਵਿੱਚ। ਓਕੇ। ਮੇਰੀ ਬੇਸਿਕ ਸਕੂਲਿੰਗ ਉੱਥੇ ਹੀ ਹੋਈ। ਪ੍ਰਾਇਮਰੀ ਸਕੂਲ ਜੋ ਸਰਕਾਰੀ ਸਕੂਲ ਹੁੰਦੇ ਉੱਥੇ ਮੈਂ ਪੜ੍ਹਾਈ ਕੀਤੀ। ਰਾਈਟ। ਹਾਈ ਸਕੂਲ ਵੀ ਉੱਥੇ ਕੀਤਾ, ਪਿੰਡ ਵਿੱਚੋਂ ਹੀ। ਅੱਛਾ ਉਸ ਜੀ। ਤੋਂ ਬਾਅਦ ਮੈਂ ਸਾਡਾ ਜੋ ਨੈਣੀਤਾਲ ਜੋ ਜਗ੍ਹਾ ਹੈਗੀ, ਆਪ ਜੀ ਨੇ ਨਾਂ ਸੁਣਿਆ, ਉਹ ਪਪੂਲਰ ਆ, ਉੱਥੇ ਮੈਂ ਪੜ੍ਹਾਈ ਕੀਤੀ। ਤੇ ਉਸ ਤੋਂ ਬਾਅਦ ਫਿਰ ਮੈਂ ਜੌਬ ਲਈ ਲੱਭ ਰਿਹਾ ਸੀਗਾ ਤੇ 1 ਸਾਲ ਲਈ ਲੁਧਿਆਣਾ ਮੈਂ ਪੰਜਾਬ ਆਇਆ, ਉੱਥੇ ਓਕੇ। 1 ਸਾਲ ਜੌਬ ਕੀਤੀ। ਔਰ ਠੀਕ ਹੈ। ਉਸ ਦੌਰਾਨ ਫਿਰ ਮੈਨੂੰ ਇੱਥੇ ਇਸਰੋ ਤੋਂ ਕਾਲ ਆਈ ਇੰਟਰਵਿਊ ਲਈ, ਜੀ। ਜੋ ਮੈਂ 1985 ਵਿੱਚ ਅਪਲਾਈ ਕੀਤਾ ਸੀ। ਠੀਕ ਹੈ। ਤੇ 87 ਵਿੱਚ ਮੈਨੂੰ ਕਾਲ ਆਈ ਤੇ 87 ਵਿੱਚ ਮੈਂ ਆ ਕੇ ਤੇ ਫਿਰ ਇੰਟਰਵਿਊ ਦਿੱਤਾ ਜੀ। ਤੇ ਮੇਰੀ ਸਿਲੈਕਸ਼ਨ ਹੋਈ ਤੇ ਮੈਂ ਜੁਆਇਨ ਕੀਤਾ। ਰਾਈਟ। ਤਾਂ ਸਰ ਤੁਹਾਡਾ ਤੇ ਜਦੋਂ 1987 87 ਦੇ ਵਿੱਚ ਜਦੋਂ ਤੁਹਾਡੀ ਜੁਆਇਨਿੰਗ ਸੀਗੀ ਤਾਂ ਉਦੋਂ ਕਿਸ ਪੋਸਟ ਦੇ ਉੱਤੇ ਜੁਆਇਨਿੰਗ ਤੁਹਾਡੀ ਰਹੀ ਔਰ ਪੂਰਾ ਤੁਹਾਡਾ ਇਸਰੋ ਦੇ ਵਿੱਚ ਫਿਰ ਕਿਵੇਂ ਦਾ ਟਾਈਮ ਗੁਜ਼ਰਦਾ ਹੈ ਔਰ ਇਸ ਵੇਲੇ ਤੁਸੀਂ ਕੁਆਲਿਟੀ ਚੈੱਕ ਜੋ ਡਿਪਾਰਟਮੈਂਟ ਆ ਉਸ ਨੂੰ ਲੀਡ ਕਰ ਰਹੇ ਹੋ? ਹਾਂਜੀ, ਐਕਚੁਅਲੀ ਮੈਂ ਜਦੋਂ ਇੱਥੇ ਜੁਆਇਨ ਕੀਤਾ ਸੀ ਤੇ ਮੈਂ ਉੱਥੋਂ ਡਿਪਲੋਮਾ ਇਨ ਮਕੈਨੀਕਲ ਕਰਕੇ ਆਇਆ ਸੀਗਾ ਨੈਣੀਤਾਲ ਤੋਂ। ਜੀ। ਤੇ ਫਿਰ ਉਦੋਂ ਇੱਕ ਟੈਕਨੀਕਲ ਅਸਿਸਟੈਂਟ ਪੋਸਟ ਹੁੰਦੀ, ਜੋ ਸੁਪਰਵਾਈਜ਼ਰੀ ਪੋਸਟ ਹੁੰਦੀ ਹੈ, ਮੈਂ ਉਸ ਵਿੱਚ ਹੀ ਇੱਥੇ। ਤੇ ਮੇਰਾ ਕੰਮ ਸੀ ਇਨਸਪੈਕਸ਼ਨ ਦਾ, ਜਿੰਨੇ ਵੀ ਸੈਟੇਲਾਈਟ ਦੇ ਪਾਰਟਸ ਹੁੰਦੇ ਆ ਉਹਨਾਂ ਨੂੰ ਇਨਸਪੈਕਸ਼ਨ ਕਰਨਾ, ਉਹਨਾਂ ਨੂੰ ਕੁਆਲੀਫਾਈ ਪਾਸ ਕਰਨਾ। ਰਾਈਟ ਜੀ। ਉਸ ਦੇ ਨਾਲ ਹੀ ਫਿਰ ਮੈਨੂੰ ਜੋ ਸੈਟੇਲਾਈਟ ਦੀ ਅਸੈਂਬਲੀ ਹੁੰਦੀ ਆ, ਫਿਰ ਉਹਦਾ ਅਸੈਂਬਲੀ ਵੀ ਇਨਸਪੈਕਸ਼ਨ ਕਰਨਾ, ਉਹਨੂੰ ਚੈੱਕ ਕਰਨਾ, ਜੋ ਵੀ ਸਾਡੀ ਚੈੱਕਲਿਸਟ ਹੁੰਦੀ ਉਹਦੇ ਹਿਸਾਬ ਨਾਲ ਦੇਖਣਾ, ਸਾਰਾ ਜੋ ਡਰਾਇੰਗਸ ਹੁੰਦੀਆਂ ਨੇ ਉਹਦੇ ਨਾਲ ਸਪੈਸੀਫਿਕੇਸ਼ਨਸ ਮੈਚ ਕਰਨੇ। ਜੀ। ਤੇ ਫਿਰ ਨਾਲ ਮੈਂ ਆਪਣੀ ਪੜ੍ਹਾਈ ਜਾਰੀ ਰੱਖੀ। ਮੈਂ ਮਕੈਨੀਕਲ ਇੰਜੀਨੀਅਰਿੰਗ ਕੀਤੀ ਇੱਥੇ ਨਾਲ ਜੌਬ ਦੇ ਨਾਲ। ਮੈਂ MBA ਕੀਤੀ, ਫਿਰ ਨਾਲ M.Tech ਕੀਤੀ। ਓਕੇ। ਤੇ ਪੜ੍ਹਦੇ ਨਾਲ ਏਦਾਂ ਹੀ ਪ੍ਰਮੋਸ਼ਨ ਵੀ ਹੁੰਦੇ ਰਹੇ ਨਾਲੋਂ ਨਾਲ। ਤੇ ਹੁਣ ਜੋ ਇੱਥੋਂ ਦਾ ਜੋ ਸੈਟੇਲਾਈਟ ਦੀ ਅਸੈਂਬਲੀ ਹੁੰਦੀ ਆ ਉੱਥੇ ਕਲੀਨ ਰੂਮ ਵਿੱਚ ਹੁੰਦੀ ਆ, ਤੇ ਉਸ ਅਸੈਂਬਲੀ ਨੂੰ ਜੋ ਟੀਮ ਕਰਦੀ ਆ ਉਹਦੇ ਨਾਲ ਹੀ ਇੱਕ ਕੁਆਲਿਟੀ ਟੀਮ ਹੁੰਦੀ ਆ, ਇੱਕ ਜੋ ਇੰਟੀਗ੍ਰੇਟ ਕਰਦੀ ਆ, ਅਸੈਂਬਲੀ ਕਰਦੀ ਆ, ਉਹ ਟੀਮ ਹੁੰਦੀ ਆ। ਤੇ ਜੋ ਕੁਆਲਿਟੀ ਟੀਮ ਆ ਉਹਦਾ ਮੈਂ ਹੈਡ ਹੈਗਾ। ਓਕੇ। ਉਹ ਮੇਰੀ ਟੀਮ ਕੰਮ ਕਰਦੀ ਸੀ ਜੀ। ਔਰ ਸਰ ਚੰਦਰਯਾਨ 3 ਦੇ ਵਿੱਚ ਇਸ ਡਿਪਾਰਟਮੈਂਟ ਦਾ ਕੀ ਰੋਲ ਰਹਿੰਦਾ ਹੈ ਔਰ ਤੁਹਾਡਾ ਇਸ ਚੰਦਰਯਾਨ 3 ਦੇ ਵਿੱਚ ਪੂਰਾ ਕੀ ਰੋਲ ਰਿਹਾ? ਨਹੀਂ, ਚੰਦਰਯਾਨ 3 ਜੋ ਆ ਇੱਕ ਬੇਸਿਕਲੀ ਇਹ ਇੱਕ ਕੰਬੀਨੇਸ਼ਨ ਆ 3 ਸੈਟੇਲਾਈਟ ਦਾ। ਜੋ ਇੱਕ ਆਰਬਿਟਰ ਆ, ਜੋ ਸੈਟੇਲਾਈਟ ਨੂੰ ਜਿਹਨੇ ਇੱਥੋਂ ਦੀ ਲੈ ਕੇ ਚੰਦਰਮਾ ਤੱਕ ਪਹੁੰਚਿਆ ਹੈਗਾ, ਇੱਕ ਪਲੇਟਫਾਰਮ ਆ, ਉਹਦੇ ਉੱਪਰ ਲੈਂਡਰ ਸੀਗਾ। ਫਿਰ ਲੈਂਡਰ ਨੂੰ ਉੱਥੇ ਉਤਾਰਿਆ ਗਿਆ। ਉਹ ਲੈਂਡਰ ਵੀ ਇੱਕ ਅਲੱਗ ਸੈਟੇਲਾਈਟ ਹੈਗਾ, ਇੱਕ ਤਰ੍ਹਾਂ ਦਾ ਪੂਰਾ ਸਾਰੇ ਸਿਸਟਮ ਹੈਗੇ ਉਹਦੇ ਜੀ। ਤੇ ਉਸ ਤੋਂ ਬਾਅਦ ਫਿਰ ਜੋ ਲੈਂਡਰ ਲੈਂਡ ਹੋ ਗਿਆ, ਉਸ ਤੋਂ ਉਹਦੇ ਵਿੱਚ ਇੱਕ ਰੋਵਰ ਸੀ। ਜੀ। ਰੋਵਰ ਬੇਸਿਕਲੀ ਇੱਕ ਗੱਡੀ ਜੋ ਉੱਥੇ ਰੋਵਿੰਗ ਕਰਦੀ ਆ। ਵਿਕਰਮ ਉਹਦਾ ਨਾਮ ਹੈ? ਵਿਕਰਮ ਲੈਂਡਰ ਆ ਤੇ ਉਹਦਾ ਨਾਮ ਪ੍ਰਗਿਆਨ ਹੈਗਾ। ਪ੍ਰਗਿਆਨ ਜੀ। ਜੋ ਪ੍ਰਗਿਆਨ ਰੋਵਰ ਆ, ਫਿਰ ਉਹ ਵੀ ਬਣਾਇਆ ਸੀ ਤੇ ਉਹਦੇ ਵਿੱਚ ਵੀ ਸਾਰੇ ਸਿਸਟਮਸ ਹੈਗੇ ਆ। ਉਹ ਜੋ ਪ੍ਰਗਿਆਨ ਹੈਗਾ, ਬਾਈ ਦ ਵੇ, ਉਹ ਲੈਂਡਰ ਨੂੰ ਕਮਿਊਨੀਕੇਟ ਕਰਦਾ ਤੇ ਲੈਂਡਰ ਤੋਂ ਫਿਰ ਜੋ ਸਾਡਾ ਚੰਦਰਯਾਨ 2 ਹੈਗਾ ਜੀ, ਉਹ ਲੈਂਡਰ ਉਹਦੇ ਨਾਲ ਵੀ ਕਨੈਕਟ ਕਰਦਾ ਹੈਗਾ ਤੇ ਜਿਹੜਾ ਆਰਬਿਟਰ ਉਹਦੇ ਨਾਲ ਵੀ ਕਨੈਕਟ ਕਰ ਸਕਦਾ। ਪਰ ਚੰਦਰਯਾਨ 2 ਦਾ ਜੋ ਲੈਂਡਰ ਆਰਬਿਟਰ ਹੈਗਾ ਉਹਦੇ ਵਿੱਚ ਜ਼ਿਆਦਾ ਫੀਚਰਸ ਹੈਗੇ ਆ ਤੇ ਉਹਦੇ ਨਾਲ ਉਹ ਕਨੈਕਟ ਹੈਗਾ। ਉਹ ਤਾਂ ਫਿਰ ਸਾਰਾ ਡੇਟਾ ਸਾਨੂੰ ਡਾਇਰੈਕਟਲੀ ਸਾਡੇ ਕੋਲ ਆ ਜਾਂਦਾ। ਅਗਰ ਬਾਈ ਦੀ ਵੇ ਲੈਂਡਰ ਸੈਟੇਲਾਈਟ ਨਾਲ ਆਰਬਿਟਰ ਨੂੰ ਕੰਮ ਨਹੀਂ ਕਰਦਾ ਤਾਂ ਵੀ ਪਲਾਨ ਵੀ ਹੈਗਾ ਕਿ ਉਹ ਡਾਇਰੈਕਟਲੀ ਅਸੀਂ ਉਹ ਸਾਨੂੰ ਡੇਟਾ ਦੇ ਰਿਹਾ ਹੈਗਾ ਜੀ, ਤੇ ਡਾਇਰੈਕਟਲੀ ਡੇਟਾ ਉਹਦੇ ਤੋਂ ਰਿਸੀਵ ਕਰ ਸਕਦੇ। ਹਾਂਜੀ। ਔਰ ਸਰ ਕਿੰਨਾ ਇਸ ਪੂਰੇ ਪ੍ਰੋਸੈਸ ਨੂੰ ਕਿੰਨੇ ਸਾਲ ਲੱਗ ਗਏ, ਕਿੰਨੇ ਸਾਲ ਦੀ ਮਿਹਨਤ ਸੀਗੀ, ਕੀ ਕੁਆਲਿਟੀ ਚੈੱਕਸ ਰਹਿੰਦੇ ਨੇ, ਕਿਵੇਂ ਜਿਹੜਾ ਹੈ ਇਸ ਦੇ ਵਿੱਚ ਕੰਮ ਹੁੰਦਾ ਰਿਹਾ, ਕਿਉਂਕਿ ਬਹੁਤ ਸਾਰੇ ਟਰਾਇਲਸ ਵੀ ਹੁੰਦੇ ਹੋਣਗੇ, ਬਹੁਤ ਸਾਰੇ ਟਰਾਇਲਸ ਤੁਸੀਂ ਕੀਤੇ ਵੀ, ਤਾਂ ਕਿੰਨਾ ਕਿ ਪੂਰਾ ਪ੍ਰੋਸੈਸ ਨੂੰ ਟਾਈਮ ਲੱਗਿਆ? ਇਹ ਪ੍ਰੋਸੈਸ ਕਰੀਬ 4 ਸਾਲ ਦਾ 2019 ਚ ਸ਼ੁਰੂ ਕੀਤਾ ਸੀ ਔਰ 2023 ਵਿੱਚ ਅਸੀਂ 14 ਜੁਲਾਈ ਨੂੰ ਲਾਂਚ ਕੀਤਾ ਹੈਗਾ ਜੀ। ਤੇ 4 ਸਾਲ ਲਗਾਤਾਰ ਇਹਦੇ ਤੇ ਕੰਮ ਹੁੰਦਾ ਰਿਹਾ ਔਰ ਦੁਬਾਰਾ ਜੋ ਇਹਦਾ ਆਰਬਿਟਰ ਸੀ ਚੰਦਰਯਾਨ 2 ਦਾ, ਇਹ ਚੰਦਰਯਾਨ 3 ਵਿੱਚ ਜੋ ਆਰਬਿਟਰ ਆ ਉਹਨੂੰ ਕਾਫੀ ਰਿਡਿਊਸ ਕੀਤਾ, ਉਹਦੇ ਤੇ ਕਾਫੀ ਕੰਮ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਲੈਂਡਰ ਸੀ ਉਹਦੇ ਤੇ ਬਹੁਤ ਸਾਰੇ ਟੈਸਟਿੰਗ ਹੋਰ ਕੀਤੀਆਂ, ਉਹਨੂੰ ਹੋਰ ਮਜ਼ਬੂਤ ਕੀਤਾ ਜੀ। ਜ਼ਿਆਦਾ ਕੰਮ ਜੋ ਹੈਗਾ ਬੇਸਿਕਲੀ ਰੀਡਿਜ਼ਾਈਨ ਤੇ ਰੀਟੈਸਟਿੰਗ ਤੇ ਗਿਆ
ਤੇ ਉਸ ਤੋਂ ਬਾਅਦ ਜਿਹੜੇ ਟੈਸਟ ਕਰਦੇ ਆ ਉਹਦੇ ਰਿਜ਼ਲਟਸ ਨੇ ਕਾਫੀ ਡਿਜ਼ਾਈਨ ਵੀ ਕਾਫੀ ਸਟੇਜ ਤੇ ਰਿਵਿਊ ਹੁੰਦਾ, ਜੋ ਟੈਸਟ ਹੁੰਦੇ ਉਹਦੇ ਕਾਫੀ ਸਟੇਜ ਤੇ ਰਿਵਿਊ ਹੁੰਦੇ ਆ, ਰਿਵਿਊ ਟੀਮਸ ਬਣੀਆਂ ਹੁੰਦੀਆਂ ਨੇ ਤੇ ਉਹ ਡੇਟਾ ਜੋ ਸਹੀ ਉਹ ਸਾਰਾ ਕੌਨਫੀਡੈਂਸ ਦਿੰਦਾ ਹੈਗਾ ਕਿ ਟੈਸਟ ਕਰਨ ਦਾ ਫਾਇਦਾ ਹੈਗਾ ਕਿ ਹਾਂ ਟੈਸਟ ਕਰਕੇ ਸਾਨੂੰ ਕੌਨਫੀਡੈਂਸ ਹੁੰਦਾ ਹੈ ਕਿ ਹਾਂ ਇਹ ਉੱਥੇ ਕੰਮ ਕਰੇਗਾ। ਤੇ ਜੋ ਐਟਮੋਸਫੀਅਰ ਚੰਦਰਮਾ ਤੇ ਹੁੰਦਾ ਉਹ ਐਟਮੋਸਫੀਅਰ ਅਸੀਂ ਇੱਥੇ ਕ੍ਰੀਏਟ ਕਰਕੇ ਇੱਕ ਚੈਂਬਰ ਹੁੰਦਾ, ਥਰਮੋ ਵੈਕਿਊਮ ਚੈਂਬਰ ਬੋਲਦੇ ਉਹਨੂੰ, ਕਿਉਂਕਿ ਉੱਥੇ ਵੈਕਿਊਮ ਹੈ ਤੇ ਵੈਕਿਊਮ ਕ੍ਰੀਏਟ ਕਰਕੇ ਉਹ ਟੈਂਪਰੇਚਰ ਕ੍ਰੀਏਟ ਕਰਕੇ ਅਸੀਂ ਸੈਟੇਲਾਈਟ ਦਾ ਨੂੰ ਔਨ ਕਰ ਦਿੰਦੇ ਆ ਫੰਕਸ਼ਨਿੰਗ ਏਦਾਂ ਕਿ ਜਿੱਦਾਂ ਉਹ ਸਪੇਸ ਵਿੱਚ ਹੈਗਾ। ਉਹ ਫਿਰ ਸਾਰੀ ਟੈਸਟਿੰਗ ਇੱਥੇ ਹੁੰਦੀ ਹੈ ਔਰ ਸਾਨੂੰ ਫਿਰ ਕੌਨਫੀਡੈਂਸ ਦਿੰਦਾ ਹੈਗਾ ਕਿ ਹਾਂ ਇਹ ਉੱਥੇ ਕੰਮ ਕਰੇਗਾ। ਜੇ ਉਹਦੇ ਵਿੱਚ ਬਾਈ ਕੋਈ ਵਰਕ ਹੈ ਹੂਬਹੂ ਜਿਵੇਂ ਚੰਦ ਦੇ ਉੱਤੇ ਜੋ ਉਹ ਚੀਜ਼ ਤੁਸੀਂ ਸਾਰੀ ਇੱਥੇ ਕ੍ਰੀਏਟ ਕੀਤੀ ਹੁੰਦੀ ਹੈ, ਇੱਥੇ ਕ੍ਰੀਏਟ ਕੀਤੀ ਹੁੰਦੀ ਹੈ ਔਰ ਅਗਰ ਕੋਈ ਵੀ ਵਰਕਮੈਨਸ਼ਿਪ ਇਸ਼ੂਜ਼ ਹੈਗੇ ਆ ਤੇ ਉਹ ਸਾਰੇ ਉਹਦੇ ਵਿੱਚ ਨਿਕਲ ਜਾਂਦੇ ਆ, ਬਾਹਰ ਆ ਜਾਂਦੇ ਆ, ਤਾਂ ਕਿ ਅਸੀਂ ਇਹਨੂੰ ਫਿਰ ਕਰੈਕਟ ਕਰਕੇ ਦੁਬਾਰਾ ਤੋਂ ਟੈਸਟ ਕਰਕੇ ਤੇ ਅਸੀਂ ਇਹਨੂੰ ਲਾਂਚ ਕਰਦੇ ਹਾਂ। ਸਰ ਕਿਉਂਕਿ ਤੁਹਾਡੀ ਫੀਲਡ ਹੈ, ਸਾਇੰਟੀਫਿਕ ਚੀਜ਼ਾਂ ਨੇ, ਬਹੁਤ ਸਾਰੇ ਜਿਹੜੇ ਆਪਣੇ ਪੰਜਾਬੀ ਨੇ, ਪਿੰਡਾਂ ਦੇ ਲੋਕਾਂ ਨੂੰ ਤੁਸੀਂ ਸਮਝਦੇ ਵੀ ਹੋਵੋਗੇ, ਜਾਣਦੇ ਵੀ ਹੋਵੋਗੇ, ਹੈ ਨਾ। ਆਪਣੇ ਬਹੁਤੇ ਪੰਜਾਬੀਆਂ ਨੂੰ, ਆਪਣੇ ਲੋਕਾਂ ਨੂੰ ਇਹ ਚੀਜ਼ ਸਾਇੰਟੀਫਿਕਲੀ ਨਹੀਂ ਪਤਾ ਹੋਊਗੀ। ਉਹਨਾਂ ਨੂੰ ਬਸ ਇੰਨਾ ਪਤਾ ਕਿ ਹਾਂ ਜੀ ਚੰਦ ਦੇ ਉੱਤੇ ਸਾਡੀ ਇੱਕ ਮਸ਼ੀਨ ਪਹੁੰਚ ਗਈ ਹੈ। ਪੰਜਾਬੀਆਂ ਨੂੰ ਜਿਹੜੇ ਪਿੰਡਾਂ 'ਚ ਸੱਥਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ, ਤਾਂ ਜਿਹੜੇ ਉਹ ਸੁਣ ਰਹੇ ਨੇ ਇਸ ਵੇਲੇ ਸੱਥਾਂ ਦੇ ਵਿੱਚ ਬੈਠੇ ਹੋਏ ਲੋਕ, ਜਿਨ੍ਹਾਂ ਨੂੰ ਇੱਦਾਂ ਇਸ ਵੇਲੇ ਖਬਰ ਮਿਲੀ ਹੈ ਕਿ ਆਪਣੀ ਚੰਦ ਦੇ ਉੱਤੇ ਇੱਕ ਮਸ਼ੀਨ ਪਹੁੰਚ ਗਈ। ਮੈਂ ਕਿਉਂਕਿ ਕੱਲ੍ਹ ਪਰਸੋਂ ਇੱਕ ਪਿੰਡ ਦੇ ਵਿੱਚ ਸੀਗਾ, ਉੱਥੇ ਮੈਨੂੰ ਕਿਸੇ ਨੇ ਪੁੱਛਿਆ, ਕਹਿੰਦੇ ਕਿ ਪੱਤਰਕਾਰ ਸਾਹਿਬ ਉਰੇ ਆਓ, ਇਹ ਦੱਸੋ ਜਿਹੜੀ ਆਪਾਂ ਚੰਦ ਦੇ ਉੱਤੇ ਮਸ਼ੀਨ ਭੇਜੀ ਹੈ, ਕਹਿੰਦੇ ਕਰੂਗੀ ਕੀ। ਤਾਂ ਮੈਂ ਚਾਹੁੰਦਾ ਕਿ ਉਹਨਾਂ ਨੂੰ ਤੁਸੀਂ ਜ਼ਰੂਰ ਦੱਸੋ ਕਿ ਇਹ ਜੋ ਅਸੀਂ ਇੰਨੀ ਮਿਹਨਤ ਨਾਲ ਉੱਪਰ ਇਹ ਭੇਜਿਆ ਚੰਦਰਯਾਨ 3 ਰੋਵਰ ਜਿਹੜਾ ਹੁਣ ਲੈਂਡ ਹੋ ਚੁੱਕਿਆ ਹੈ, ਇਸ ਦਾ ਕੰਮ ਕੀ ਹੋਊਗਾ, ਇਹ ਕਿਵੇਂ ਕਰੂਗਾ, ਸਰਲ ਸ਼ਬਦਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਜ਼ਰੂਰ ਸਮਝਾਇਓ। ਇਹ ਬੇਸਿਕਲੀ ਇਹਦੇ ਦੋ ਪੱਖ ਹੈਗੇ ਆ। ਇੱਕ ਪੱਖ ਤੇ ਹੈ ਕਿ ਅਸੀਂ ਜੋ ਸਾਡੀ ਟੈਕਨੋਲੋਜੀ ਆ ਉਹ ਵਰਲਡ ਵਿੱਚ ਅਸੀਂ ਆਪਣੇ ਆਪ ਨੂੰ ਪ੍ਰੂਵ ਕਰਨਾ ਹੈ ਕਿ ਹਾਂ ਅਸੀਂ ਇਹ ਕੰਮ ਕਰ ਸਕਦੇ ਹਾਂ, ਕੈਪੇਬਲ ਹੈਗੇ ਅਸੀਂ। ਤੇ ਉਹ ਟੈਕਨੋਲੋਜੀ ਅਸੀਂ ਪ੍ਰੂਵ ਕਰ ਦਿੱਤੀ ਕਿ ਹਾਂ ਅਸੀਂ ਉੱਥੇ ਸੌਫਟਵੇਅਰ ਕਰ ਸਕਦੇ ਹਾਂ। ਅਸੀਂ ਵਰਲਡ ਵਿੱਚ ਪਹਿਲਾ ਦੇਸ਼ ਬਣਿਆ ਸਾਡਾ ਕਿ ਅਸੀਂ ਉੱਥੇ ਉਸ ਸਾਊਥ ਪੋਲ ਤੇ ਚੰਦਰਮਾ ਦੇ ਜਿੱਥੇ ਅੱਜ ਤੱਕ ਕੋਈ ਨਹੀਂ ਜਾ ਸਕਿਆ, ਅਸੀਂ ਉੱਥੇ ਲੈਂਡ ਕੀਤਾ ਹੈਗਾ। ਤੇ ਉਹ ਇੱਕ ਮਕਸਦ ਉਹ ਸੀਗਾ। ਦੂਸਰਾ ਮਕਸਦ ਹੈਗਾ ਕਿ ਜਦੋਂ ਅਸੀਂ ਪਹੁੰਚੇ ਹਾਂ ਤੇ ਉਹਦਾ ਫਿਰ ਦੂਸਰਾ ਸਾਇੰਟੀਫਿਕ ਫਾਇਦਾ ਹੋਣਾ ਚਾਹੀਦਾ। ਤੇ ਫਿਰ ਸਾਇੰਟੀਫਿਕ ਖੋਜਾਂ ਹੁੰਦੀਆਂ ਨੇ ਉਹਦੇ ਵਿੱਚ, ਅਗਰ ਆਪਾਂ ਜਿੱਦਾਂ ਤੁਸੀਂ ਸੱਠਾਂ ਵਾਲੀ ਗੱਲ ਕਰਨੀ ਉਸ ਤਰੀਕੇ ਨਾਲ, ਤੇ ਉਹਦੇ ਵਿੱਚ ਜੋ ਇੱਕ ਧਰਤੀ ਆ ਏਦਾਂ ਹੀ ਉੱਥੇ ਵੀ ਧਰਤੀ ਆ ਬੇਸਿਕਲੀ, ਐਗਜ਼ੈਕਟਲੀ ਜਿੱਦਾਂ ਇਹ ਧਰਤਾ ਉਦਾਂ ਵੀ ਧਰਤਾ, ਪਰ ਮਿੱਟੀ 'ਚ ਫਰਕ ਹੈਗਾ। ਜਿਹੜੀ ਲੁਨਾਰ ਦੀ ਚੰਨ ਦੀ ਮਿੱਟੀ ਆ ਉਹ ਥੋੜੀ ਧੂਲ ਵਾਲੀ ਆ, ਥੋੜੀ ਰਤੀਲੀ ਹੈਗੀ ਆ, ਉਹਦੇ ਚ ਨਮੀ ਨਹੀਂ ਹੈਗੀ ਬੇਸਿਕਲੀ, ਮਤਲਬ ਨਮੀ ਨਾਲ ਜੁੜ ਜਾਂਦੀ ਹੈ ਨਾ ਮਿੱਟੀ, ਉਹ ਇੱਕ ਤਰ੍ਹਾਂ ਦੀ ਫ੍ਰੀ ਹੈਗੀ ਆ। ਪਰ ਉਹਦੇ ਵਿੱਚ ਜੋ ਪਹਿਲਾ ਸਾਡਾ ਮਿਸ਼ਨ ਸੀ ਚੰਦਰਯਾਨ 1 ਉਹਨੇ ਸਾਨੂੰ ਖੋਜ ਕਰਕੇ ਦੱਸਿਆ ਕਿ ਚੰਦ ਦੀ ਜੋ ਮਿੱਟੀ ਹੈਗੀ ਉਹਦੇ ਵਿੱਚ ਬਰਫ਼ ਦੇ ਕਣ ਪਾਏ ਗਏ ਆ, ਪਾਣੀ ਦੇ ਕਣ ਪਾਏ ਗਏ ਆ ਬਰਫ਼ ਰੂਪ ਵਿੱਚ, ਮਤਲਬ ਜੰਮੇ ਹੋਏ ਕਣ ਹੈਗੇ ਆ ਉਹ। ਤੇ ਉਹ ਉਸ ਦੀ ਖੋਜ ਕਰਨੀ, ਹੋਰ ਉਹਦੇ ਵਿੱਚ ਕਿਹੜੇ ਖਣਿਜ ਪਦਾਰਥ ਹੈਗੇ ਆ, ਉਹਦੇ ਕੈਮੀਕਲ ਕੰਪੋਜੀਸ਼ਨ ਕੀ ਹੈਗਾ ਉਹਦੀ ਸਰਫੇਸ ਦਾ ਟੈਂਪਰੇਚਰ ਮਤਲਬ ਟੈਂਪਰੇਚਰ ਜੋ ਥਰਮਲ ਪ੍ਰਾਪਰਟੀਜ਼ ਨੇ ਉਹ ਕੀ ਹੈਗੀਆਂ ਨੇ ਉਹਦੀਆਂ ਉਹਦੇ ਵਿੱਚ ਹੋਰ ਕੀ ਮਿਨਰਲਸ ਹੈਗੇ ਨੇ, ਕੀ ਖਣਿਜ ਪਦਾਰਥ ਹੈਗੇ ਆ, ਉਹ ਸਾਰੀਆਂ ਖੋਜਾਂ ਹੋਣੀਆਂ ਨੇ। ਪਲੱਸ ਜੋ ਉੱਥੇ ਉਹਦਾ ਜੋ ਪਲਾਜ਼ਮਾ ਹੈਗਾ, ਜੋ ਆਇਨਸ ਵਗੈਰਾ ਨੇ, ਉਹਦੇ ਇਲੈਕਟ੍ਰੋਨਸ ਵਗੈਰਾ ਨੇ ਧਰਤੀ ਦੇ ਉਸ ਧਰ ਦੇ ਉੱਪਰ, ਉਹਨਾਂ ਦੀ ਸਟੱਡੀਜ਼ ਹੈਗੀ, ਉਹ ਕੀ ਡੈਂਸਿਟੀ ਹੈਗੀ ਉਹਨਾਂ ਦੀ, ਉਸ ਬਾਰੇ ਖੋਜ ਹੋਏਗੀ। ਤੇ ਇਹ ਜੋ ਅਗਲੇ 14 ਦਿਨ ਨੇ ਉਹਦੇ ਵਿੱਚ ਕਾਫੀ ਸਾਰੇ ਕੰਮ ਹੋਣੇ ਹੈਗੇ ਆ ਸਰ। ਔਰ ਇਹ ਕਿੰਨੀ ਟਾਈਮ ਤੱਕ ਜੋ ਰੋਵਰ ਹੈ ਉੱਥੇ ਇੱਕ ਵਰਕ ਕਰਦਾ ਰਹੇਗਾ? ਇਹ ਬੇਸਿਕਲੀ ਚੰਦਰਮਾ ਤੇ ਜੋ ਦਿਨ ਔਰ ਰਾਤ ਹੈਗਾ ਉਹ ਚੰਦਰਮਾ ਤੇ 14 ਦਿਨ, ਜੋ ਸਾਡੇ ਧਰਤੀ ਤੇ 14 ਦਿਨ ਤੇ 14 ਰਾਤਾਂ ਨੇ, ਉੱਥੇ ਉਹ ਦਿਨ ਰਹੇਗਾ 14 ਦਿਨ ਲਗਾਤਾਰ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਰਾਤ ਆਏਗੀ ਤਾਂ ਰਾਤ ਵੀ ਫਿਰ 14 ਦਿਨ ਤੇ 14 ਰਾਤਾਂ, ਜਿੰਨੀ ਲੰਬੀ ਰਾਤ ਹੋਏਗੀ ਉੱਥੇ। ਮਤਲਬ ਆਪਣਾ ਇੱਕ ਦਿਨ ਹੁੰਦਾ ਤਾਂ ਉੱਥੇ 14 ਦਿਨਾਂ ਦਾ ਆਪਣੇ ਇੱਥੇ 14 ਦਿਨ, ਉੱਥੇ ਦੀ ਇੱਕ ਦਿਨ ਦਾ ਉੱਥੇ ਇੱਕ ਦਿਨ ਹੈਗਾ। ਹਾਂ, ਕਿਉਂਕਿ ਉਹ ਪੂਰਾ ਘੁੰਮ ਕੇ ਜਦੋਂ ਉੱਥੇ ਐਵੇਂ ਆਉਂਦਾ ਜੀ। ਹਾਂ, ਮਤਲਬ ਸਾਡੇ 28 ਦਿਨ ਉੱਥੋਂ ਦੀ ਇੱਕ ਦਿਨ ਤੇ ਇੱਕ ਰਾਤ। ਓਕੇ, ਠੀਕ ਹੈ। ਤੇ ਉਹ 14 ਦੇ ਜਿਹੜੇ ਸਾਡੇ 14 ਦਿਨ ਰਾਤਾਂ ਨੇ, ਉਹਦਾ ਉੱਥੇ ਇੱਕ ਦਿਨ ਹੈਗਾ। ਤੇ ਉਹੀ ਸਾਡਾ ਪ੍ਰੋਜੈਕਟ ਦਾ ਮਿਸ਼ਨ ਹੈਗਾ, ਉਨਾ ਹੀ ਹੈਗਾ, ਤੇ ਉਹਨੇ ਦਿਨ ਉੱਥੇ ਕੰਮ ਕਰੇਗਾ। ਉਸ ਤੋਂ ਬਾਅਦ ਜਿਹੜੀ ਰਾਤ ਆਏਗੀ, ਉਹ ਰਾਤ ਵੇਲੇ ਇਹਨੂੰ ਅਸੀਂ ਆਫ ਕਰਕੇ ਉੱਥੇ ਰੱਖਾਂਗੇ, ਔਰ ਫਿਰ ਜਦੋਂ ਦਿਨ ਹੋਏਗਾ ਦੁਬਾਰਾ ਤਾਂ ਇਹਨੂੰ ਔਨ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਇਹ ਕੀ ਸਾਲ ਤੱਕ ਚੱਲੇਗਾ ਜਾਂ ਫਿਰ ਇਸ ਦਾ ਕੋਈ ਟੈਨਿਓਰ ਹੈ, ਕੁਝ ਟਾਈਮ ਹੈ? ਨਹੀਂ, ਇਹਦਾ ਮਿਸ਼ਨ, ਇਹਦਾ ਟੈਨਿਓਰ 14 ਦਿਨ ਦਾ ਹੀ ਹੈ। ਅੱਛਾ, 14 ਦਿਨਾਂ ਦਾ ਹੀ ਹੈ। 14 ਦਿਨ ਤੋਂ ਬਾਅਦ ਇਸ ਨੂੰ ਆਫ ਕਰ ਦਿੱਤਾ ਜਾਏਗਾ। ਹਾਂ, ਮਤਲਬ ਉਸ ਤੋਂ ਬਾਅਦ ਜਦੋਂ ਮੈਂ ਦੱਸਿਆ ਨਾ ਕਿ ਜਦੋਂ ਫਿਰ 14 ਇੱਕ ਰਾਤ ਫਿਰ ਗੁਜ਼ਰ ਜਾਏਗੀ ਚੰਦਰਮਾ ਦੀ, ਉਦੋਂ ਫਿਰ ਅਸੀਂ ਔਨ ਕਰਨ ਦੀ ਕੋਸ਼ਿਸ਼ ਕਰਾਂਗੇ, ਬਟ ਸਾਡਾ ਆਬਜੈਕਟਿਵ ਉਹ ਪੂਰਾ ਹੋ ਜਾਏਗਾ।
ਜੀ ਜੀ ਇਹ ਜਿਹੜੇ 14 ਦਿਨ ਹੈਗੇ ਨੇ ਦਿਨ ਵਾਲੇ ਦਿਨ ਨੇ, ਇਹਦੇ ਵਿੱਚ ਸਾਡਾ ਆਬਜੈਕਟਿਵ ਪੂਰਾ ਹੋ ਜਾਊਗਾ। ਔਰ ਸਰ ਇਨਪੁਟਸ ਵੀ ਜੋ ਆਉਣੀਆਂ ਫੌਜਾਂ ਸ਼ੁਰੂ ਨੇ ਕਰਨੀਆਂ ਨਾ ਸਾਰੀਆਂ ਕਰ ਲਏਗਾ। ਹਾਂਜੀ ਇਨਪੁਟਸ ਵੀ ਆਉਣੀਆਂ ਸ਼ੁਰੂ ਹੋ ਚੁੱਕੀਆਂ। ਫਰਸਟ ਹਾਂਜੀ ਅਸੀਂ ਉਹ ਤਸਵੀਰਾਂ ਵੀ ਹਾਂਜੀ ਵੇਖੀਆਂ। ਹਾਂਜੀ ਇਨਪੁਟਸ ਜਿੱਦਾਂ ਉੱਥੇ ਲੈਂਡ ਹੋਇਆ ਸੀ ਵਿਦਿਨ ਫਿਊ ਸੈਕਿੰਡਸ ਇਨਪੁਟ ਆ ਗਿਆ ਸੀ ਸਾਡੇ ਕੋਲ, ਇੱਕ ਜੀ ਫੋਟੋ ਜੀ ਉਹਦੀ ਪਹਿਲੀ ਆ ਗਈ ਸੀ। ਸਰ ਜਿਵੇਂ ਕੋਈ ਵੀ ਚੀਜ਼ ਹੁੰਦੀ ਹੈ ਜਿਹਾ ਜਿਹਨੂੰ ਆਪਾਂ ਕਹਿੰਦੇ ਆ ਕਿ ਇਹ ਸਾਡਾ ਪ੍ਰੋਡਕਟ ਹੈ, ਇੱਕ ਇਹ ਸਾਡਾ ਬੱਚਾ ਹੀ ਹੈ, ਅਸੀਂ ਬੱਚੇ ਵਾਂਗੂ ਉਸ ਨੂੰ ਹਾਂਜੀ ਤਿਆਰ ਕੀਤਾ, ਤਾਂ ਕੀ ਉਹ ਸੇਮ ਫੀਲਿੰਗ ਹਾਂਜੀ ਤੁਹਾਡੀ ਵੀ ਸੀ ਕਿ ਹਾਂ ਉਹ ਸਾਡਾ ਪ੍ਰੋਡਕਟ, ਉਹ ਸਾਡਾ ਬੱਚਾ, ਉਹ ਬੇਬੀ ਸਾਡਾ ਉਹ ਬਿਲਕੁਲ ਪਹੁੰਚ ਚੁੱਕਿਆ ਹੈ? ਉਹ ਤੁਸੀਂ ਬਹੁਤ ਸਹੀ ਵਰਡ ਯੂਜ਼ ਕੀਤਾ ਹੈ। ਅਸੀਂ ਉਹਨੂੰ ਆਪਣੇ ਬੱਚੇ ਵਾਂਗ ਹੀ ਇੱਕ ਤਰ੍ਹਾਂ ਦਾ ਤਿਆਰ ਕਰਦੇ ਹਾਂ, ਔਰ ਉਹਨਾਂ ਅਟੈਚਮੈਂਟ ਜਿੱਦਾਂ ਆਪਣੇ ਬੱਚੇ ਨਾਲ ਹੁੰਦਾ ਉਸ ਤੋਂ ਵੱਧ ਸ਼ਾਇਦ ਕਈ ਵਾਰੀ ਅਟੈਚਮੈਂਟ ਉਸ ਚੀਜ਼ ਨਾਲ ਹੁੰਦਾ, ਕਿਉਂਕਿ ਉਹ ਪੂਰੇ ਦੇਸ਼ ਦੇ ਕੰਮ ਆਣੀ ਹੁੰਦੀ ਹੈ, ਪੂਰੇ ਦੇਸ਼ ਵਾਸਤੇ ਹੁੰਦੀ ਆ। ਤੇ ਜੀ ਇੱਕ ਤਾਂ ਹੈ ਕਿ ਉਹ ਨੈਸ਼ਨੈਲਿਟੀ ਦੀ ਜੋ ਫੀਲਿੰਗ ਹੈਗੀ ਆ, ਉਹ ਦੂਸਰਾ ਉਹਦੇ ਤੇ ਕੰਮ ਕੀਤਾ ਹੁੰਦਾ ਉਹ, ਤੇ ਇਸ ਕਰਕੇ ਉਹਦੇ ਨਾਲ ਅਟੈਚਮੈਂਟ ਬਹੁਤ ਹੁੰਦਾ। ਔਰ ਤਾਂ ਹੀ ਜੋ ਅਸੀਂ ਕੰਮ ਵੀ ਕਰਦੇ ਹਾਂ ਉਹਦੇ ਤੇ ਕਿੰਨੇ ਵੀ ਘੰਟੇ ਕੰਮ ਕਰੀਏ ਤੇ ਬਹੁਤ ਹੀ ਜ਼ਿਆਦਾ ਥਕਾਨ ਮਹਿਸੂਸ ਨਹੀਂ ਹੁੰਦੀ, ਬਹੁਤਾ ਜ਼ਿਆਦਾ ਬਰਡਨ ਮਹਿਸੂਸ ਨਹੀਂ ਹੁੰਦਾ, ਬਹੁਤਾ ਜ਼ਿਆਦਾ ਦਿਮਾਗ ਤੇ ਪ੍ਰੈਸ਼ਰ ਨਹੀਂ ਆਉਂਦਾ। ਸਿਰਫ ਜਿਹੜੀ ਉਹ ਫੀਲਿੰਗ ਆ ਉਹ ਸਾਨੂੰ ਤਰੋ ਤਾਜ਼ਾ ਰੱਖਦੀ ਹੈ, ਚੜ੍ਹਦੀ ਕਲਾ 'ਚ ਰੱਖਦੀ ਹੈ। ਮੈਨੂੰ ਲੱਗਦਾ ਬਹੁਤ ਸਾਰੇ ਉੱਥੇ ਅਸੀਂ ਜਦੋਂ ਲਾਈਵ ਇਵੈਂਟ ਵੀ ਦੇਖ ਰਹੇ ਸੀ, ਬਹੁਤਿਆਂ ਦੀਆਂ ਅੱਖਾਂ ਨਮ ਹੋ ਗਈਆਂ ਸੀ ਖੁਸ਼ੀ ਦੇ ਨਾਲ। ਉਹ ਖੁਸ਼ੀ ਅੱਖਾਂ ਦੇ ਜ਼ਰੀਏ ਅਸੀਂ ਦੇਖ ਰਹੇ ਸੀ ਕਿ ਉਹਨਾਂ ਦੀ ਬਾਹਰ ਆ ਰਹੀ ਹੈ। ਹਾਂਜੀ ਹਾਂਜੀ ਕਿਉਂਕਿ ਉਹ ਜੋ ਫੀਲਿੰਗ ਹੈ ਨਾ ਇੱਕ ਤਰ੍ਹਾਂ ਦੀ, ਮਤਲਬ ਉਹ ਫੀਲਿੰਗ ਨੂੰ ਬਿਆਨ ਨਹੀਂ ਕਰ ਸਕਦੇ ਆਪਾਂ, ਖਾਲੀ ਉਹ ਦੇਖਿਆ ਜਾ ਸਕਦਾ, ਫੀਲ ਕੀਤਾ ਜਾ ਸਕਦਾ, ਪਰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਜੀ। ਔਰ ਸਰ ਕਿਉਂਕਿ ਬਹੁਤ ਬਹੁਤ ਜ਼ਿਆਦਾ ਸਾਰੇ ਐਕਸਾਈਟਮੈਂਟ ਹੁੰਦਾ ਹੈ। ਜੀ, ਔਰ ਬਹੁਤ ਸਾਰੇ ਪੰਜਾਬ ਤੋਂ ਵੀ ਲੋਕ ਤੁਹਾਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਜੋ ਇਸ ਹਾਂਜੀ ਫੀਲਡ ਦੇ ਵਿੱਚ ਬੱਚੇ ਆਉਣਾ ਚਾਹੁੰਦੇ ਨੇ, ਕਿਉਂਕਿ ਸਾਡੇ ਪੰਜਾਬ ਦਾ ਇੱਕ ਬਹੁਤ ਇਸ ਵੇਲੇ ਬਹੁਤ ਇੱਕ ਇਸ਼ੂ ਜੋ ਚੱਲ ਰਿਹਾ ਮਾਈਗ੍ਰੇਸ਼ਨ ਦਾ ਚੱਲ ਰਿਹਾ ਹੈ। ਪੰਜਾਬ ਦੇ ਵਿੱਚ ਕੋਈ ਹਾਂਜੀ ਰਹਿਣਾ ਨਹੀਂ ਚਾਹੁੰਦਾ, ਇੰਡੀਆ ਦੇ ਵਿੱਚ ਕੋਈ ਰਹਿਣਾ ਨਹੀਂ ਚਾਹੁੰਦਾ, ਪ੍ਰਵਾਸ ਬਹੁਤ ਜ਼ਿਆਦਾ ਹੋ ਰਿਹਾ ਹੈ। ਕੀ ਇੱਥੇ ਵੀ ਓਪਰਚੁਨਿਟੀਜ਼ ਨੇ ਅਗਰ ਅੱਛੀ ਸਟੱਡੀਜ਼ ਬੱਚੇ ਕਰ ਲੈਣ, ਅੱਛੀ ਸਟੱਡੀ ਕਰ ਲੈਣ, ਔਰ ਜਿਸ ਪੋਜੀਸ਼ਨ ਦੇ ਉੱਤੇ ਤੁਸੀਂ ਬੈਠੇ ਹੋਏ ਹੋ, ਤਾਂ ਇੱਥੇ ਵੀ ਪਹੁੰਚਣਾ ਕੋਈ ਬਹੁਤਾ ਔਖਾ ਨਹੀਂ ਹੈ, ਆਸਾਨ ਹੈ? ਇੰਡੀਆ ਦੇ ਵਿੱਚ ਬਹੁਤ ਸਾਰੀਆਂ ਅਪੋਰਚੁਨਿਟੀਜ਼ ਨੇ ਔਰ ਬਹੁਤ ਆਸਾਨ ਹੈਗਾ, ਔਖਾ ਨਹੀਂ ਹੈਗਾ। ਜਿਹੜਾ ਪੜ੍ਹਨ ਵਾਲਾ ਬੱਚਾ ਉਹਦੇ ਵਾਸਤੇ ਔਖਾ ਨਹੀਂ ਹੈਗਾ। ਜੀ ਅਗਰ ਬੱਚਾ ਦਾ ਟਾਰਗੇਟ ਹੈਗਾ, ਮਿਹਨਤ ਕਰਦੇ ਨੇ, ਤੇ ਅੱਜ ਕੱਲ ਦਾ ਜਿਹੜਾ ਸਮਾਂ ਹੈਗਾ ਉਹਦੇ ਤੇ ਔਖਾ ਕੁਝ ਵੀ ਨਹੀਂ ਹੈਗਾ। ਜਿਹੜਾ ਬੰਦਾ ਡਾਕਟਰ ਬਣਨਾ ਚਾਹੁੰਦਾ ਡਾਕਟਰ ਬਣ ਜਾਂਦਾ, ਜਿਹੜਾ ਇੰਜੀਨੀਅਰ ਬਣਨਾ ਚਾਹੁੰਦਾ ਉਹ ਇੰਜੀਨੀਅਰ ਬਣ ਜਾਂਦਾ, ਜਿਹਨੇ ਲਾਇਰ ਬਣਨਾ ਉਹ ਲਾਇਰ ਬਣ ਜਾਏਗਾ, ਜਿਹਨੇ ਜੱਜ ਬਣਨਾ ਉਹ ਜੱਜ ਬਣ ਜਾਏਗਾ। ਜਿੰਨੀ ਫੈਸਿਲਿਟੀ ਅੱਜ ਹੈਗੀ, ਜਿੰਨਾ ਆਸਾਨ ਅੱਜ ਹੈਗਾ, ਉਹ ਸ਼ਾਇਦ ਪਹਿਲੇ ਉਨਾ ਆਸਾਨ ਨਹੀਂ ਸੀਗਾ। ਜੀ ਜਿੰਨੀ ਅਵੇਅਰਨੈਸ ਅੱਜ ਹੈਗੀ, ਪਹਿਲੇ ਉਹ ਅਵੇਅਰਨੈਸ ਵੀ ਨਹੀਂ ਸੀਗੀ। ਜਦੋਂ ਮੈਂ ਜੁਆਇਨ ਕੀਤਾ 36 ਸਾਲ 1987 ਵਿੱਚ, ਉਦੋਂ ਉਸ ਪਾਸੇ ਕੁਝ ਵੀ ਅਵੇਅਰਨੈਸ ਸੀ ਇਸਰੋ ਬਾਰੇ। ਉਹ ਤੇ ਵੈਕੈਂਸੀ ਆਈ, ਅਸੀਂ ਫਿਲ ਕਰ ਦਿੱਤਾ ਫਾਰਮ, ਐਪਲੀਕੇਸ਼ਨ ਭੇਜ ਦਿੱਤੀ, ਤੇ ਕਾਲ ਆਈ ਤੇ ਅਸੀਂ ਇੰਟਰਵਿਊ ਅਟੈਂਡ ਕੀਤਾ, ਸਿਲੈਕਸ਼ਨ ਹੋ ਗਿਆ ਕਿ ਜੁਆਇਨ ਕਰ ਲਿਆ। ਉਦੋਂ ਤੱਕ ਇਸਰੋ ਬਾਰੇ ਇਹ ਅਸੀਂ ਇਸਰੋ ਇੱਕ ਮਤਲਬ ਇਹ ਜੋ ਅੱਜ ਰੂਪ ਹੈਗਾ ਇਸਰੋ ਦਾ, ਉਦੋਂ ਨਾ ਹੀ ਉਹ ਵਿਜ਼ਨ ਸੀਗਾ ਸਾਡਾ ਤੇ ਨਾ ਹੀ ਸਾਨੂੰ ਅਵੇਅਰਨੈਸ ਸੀਗੀ। ਬਿਲਕੁਲ ਬਿਲਕੁਲ ਸਰ। ਇਸ ਤੋਂ ਹੁਣ ਇਲਾਵਾ ਅਵੇਅਰਨੈਸ ਬਹੁਤ ਹੈਗੀ ਆ। ਹਾਂਜੀ, ਇਸ ਤੋਂ ਨਾ ਹੀ ਉਦੋਂ ਇਲਾਵਾ ਮੀਡੀਆ ਸੀਗਾ। ਹਾਂਜੀ, ਇਹ ਵੀ ਗੱਲ ਹੈ। ਔਰ ਸਰ ਇਸ ਤੋਂ ਇਲਾਵਾ ਕਿਉਂਕਿ ਪਿੱਛੇ ਤੁਹਾਡਾ ਇੰਨਾ ਲਾਈਫ ਦਾ ਤੁਹਾਡਾ ਐਕਸਪੀਰੀਅੰਸ ਇਸ ਫੀਲਡ ਦੇ ਵਿੱਚ ਰਿਹਾ, ਹੋਰ ਕਿਹੜੀ ਕੰਟਰੀਬਿਊਸ਼ਨਸ ਤੁਹਾਡੀਆਂ ਰਹੀਆਂ ਇਸ ਪੂਰੇ ਇਸਰੋ ਦੇ ਟੈਨਿਓਰ ਦੇ ਦੌਰਾਨ? ਇਸਰੋ ਦੇ ਟੈਨਿਓਰ ਵਿੱਚ ਬਹੁਤ ਸਾਰੇ ਇਸਰੋ ਦੇ ਪ੍ਰੋਜੈਕਟਸ ਤੇ ਕੰਮ ਕੀਤਾ। ਮਤਲਬ ਜਿੰਨੇ ਵੀ ਸੈਟੇਲਾਈਟ 1987 ਤੋਂ ਬਾਅਦ ਲਾਂਚ ਹੋਏ ਆ, ਕਮਿਊਨੀਕੇਸ਼ਨ ਸੈਟੇਲਾਈਟ ਦੀ ਉਦੋਂ ਸ਼ੁਰੂਆਤ ਸੀ। ਇਨਸੈਟ 1A 1B 1C 1A 1C 1D, ਇਹ 4 ਸੈਟੇਲਾਈਟ ਬਾਹਰੋਂ ਬਣਾਏ ਸੀਗੇ 80s ਵਿੱਚ। ਤੇ ਉਸ ਤੋਂ ਬਾਅਦ ਫਿਰ ਅਸੀਂ ਇਨਸੈਟ 2 ਸੀਰੀਜ਼ ਆਪ ਡਿਵੈਲਪ ਕੀਤੀ ਇੱਥੇ, ਕਮਿਊਨੀਕੇਸ਼ਨ ਸੈਟੇਲਾਈਟ ਹੈਗੇ ਆ। ਇਹ ਸਾਰਾ ਉਦੋਂ ਇਹ ਟੈਸਟ ਸੈਟੇਲਾਈਟ ਬਣ ਰਿਹਾ ਸੀਗਾ ਜਦੋਂ ਮੈਂ ਜੁਆਇਨ ਕੀਤਾ ਜੀ। ਤੇ ਇਨਸੈਟ 2 ਸੀਰੀਜ਼ ਪੂਰੀ, ਫਿਰ 3 ਸੀਰੀਜ਼, ਫਿਰ 4 ਸੀਰੀਜ਼, ਫਿਰ ਅਸੀਂ ਇਹਦਾ ਨਾਮ ਚੇਂਜ ਕਰਕੇ ਜੀਸੈਟ ਕਰ ਦਿੱਤਾ। ਤੇ ਜੀਸੈਟ ਦੇ ਵੀ ਹੁਣ ਮੇਰੇ ਖਿਆਲ ਨਾਲ 31 ਜੀਸੈਟ 31 ਤੱਕ ਲਾਂਚ ਹੋ ਚੁੱਕਿਆ, ਵਿੱਚੋਂ ਕੁਝ ਸੈਟੇਲਾਈਟ ਅਜੇ ਬਾਕੀ ਨੇ। ਜੀਸੈਟ 20 ਹੁਣ ਲਾਂਚ ਹੋਣ ਵਾਲਾ ਨੈਕਸਟ ਈਅਰ। ਤੇ ਕਾਫੀ ਕਮਿਊਨੀਕੇਸ਼ਨ, ਰਿਮੋਟ ਸੈਂਸਿੰਗ, ਸਾਇੰਟਿਫਿਕ ਸੈਟੇਲਾਈਟ, ਨਾਵਿਕ ਜੋ ਨੈਵੀਗੇਸ਼ਨ ਸੈਟੇਲਾਈਟਸ ਇੰਡੀਆ ਦੇ, ਉਹਨਾਂ ਤੇ ਕੰਮ ਕੀਤਾ ਹੈਗਾ। ਔਰ ਆਪਣਾ ਜੋ ਹੈ ਮਾਰਸ ਇੰਟਰਪਲੈਨਟਰੀ ਮਿਸ਼ਨ ਸੀਗਾ, ਮਾਰਸ ਆਰਬਿਟਰ ਮਿਸ਼ਨ, ਉਹਦੇ ਤੇ ਕੰਮ ਕੀਤਾ, ਉਹਦਾ ਮੈਂ ਪ੍ਰੋਜੈਕਟ ਮੈਨੇਜਰ ਸੀ। ਮੈਟੀਰੀਅਲੋਜੀਕਲ ਸੈਟੇਲਾਈਟ ਇਨਸੈਟ 3 DRDS ਕਰਕੇ ਸੈਟੇਲਾਈਟ ਹੈਗਾ, 3 ਸੈਟੇਲਾਈਟ DS ਹੁਣ ਬਣ ਰਿਹਾ ਹੈਗਾ, ਤੇ ਇਨਸੈਟ 3DR ਇਨਸੈਟ 3D ਤੇ ਕੰਮ ਕੀਤਾ। ਇਨਸੈਟ 3D ਦਾ ਵੀ ਮੈਂ ਪ੍ਰੋਜੈਕਟ ਮੈਨੇਜਰ ਸੀ। ਉਹ ਸੈਟੇਲਾਈਟ ਫ੍ਰੈਂਚ ਗਿਆਨਾ ਤੋਂ ਲਾਂਚ ਹੋਇਆ ਸੀ, ਫਰਾਂਸ ਤੋਂ, ਤੇ ਉਹਨਾਂ ਦਾ ਸਪੇਸ ਪੋਰਟ ਹੈਗਾ ਕੁਰੂ, ਉੱਥੋਂ ਲਾਂਚ ਹੋਇਆ ਸੀ ਐਰੀਅਨ ਰਾਕੇਟ ਨਾਲ।
ਓਕੇ ਮੈਂ ਉੱਥੇ ਟੀਮ ਦਾ ਪਾਰਟ ਸੀਗਾ ਤੇ ਉੱਥੇ ਫ੍ਰੈਂਚ ਗਿਆਨਾ 1 ਮਹੀਨਾ ਜਾ ਕੇ ਸੈਟੇਲਾਈਟ ਅਸੀਂ ਲਾਂਚ ਕਰਕੇ ਆਏ ਸੀ। ਤਾਂ ਜੇ ਆਪਾਂ ਇਹ ਕਹੀਏ ਕਿ ਬਹੁਤ ਸਾਰੇ ਸੈਟੇਲਾਈਟਸ ਬਹੁਤ ਸਾਰੇ ਰਾਕੇਟਸ ਤੁਸੀਂ ਆਪਣੇ ਹੱਥਾਂ ਦੇ ਵਿੱਚੋਂ ਭੇਜੇ ਹੋਏ ਨੇ ਤੇ ਗਲਤ ਨਹੀਂ ਹੋਊਗਾ। ਹਾਂਜੀ ਹਾਂਜੀ ਹਾਂਜੀ, ਮਤਲਬ ਕਰੀਬ ਅਗਰ ਮੈਂ ਇਦਾਂ ਕਾਊਂਟ ਨਹੀਂ ਕੀਤਾ ਲੇਕਿਨ 100 ਦੇ ਕਰੀਬ ਸੈਟੇਲਾਈਟਸ ਤੇ ਕੰਮ ਕੀਤਾ ਹੋਏਗਾ। ਹਾਂ ਔਰ ਬਹੁਤ ਸਾਰੇ ਸੈਟੇਲਾਈਟ ਨੂੰ ਹੱਥੀਂ ਜੋ ਰਾਕਟ ਜਿਹਦੇ ਵਿੱਚ ਲਾਂਚ ਹੁੰਦੇ ਆ, ਜੀ ਰਾਕਟ ਦੇ ਅਖੀਰ ਤੇ ਉੱਪਰ ਜਾ ਕੇ ਅਸੀਂ ਉਹਨੂੰ ਉੱਥੇ ਅਸੈਂਬਲ ਕਰਾਈਦਾ ਹੈਗਾ ਤੇ ਅਸੈਂਬਲ ਕਰਨ ਤੋਂ ਬਾਅਦ ਆਥੋਰਾਈਜ਼ ਕਰਕੇ ਆਈਦਾ, ਲਾਂਚ ਵਾਸਤੇ ਸਾਈਨ ਕਰਕੇ ਆਈਦਾ। ਜੀ ਉਹ ਵੀ ਕਾਫੀ ਸੈਟੇਲਾਈਟ ਆਪ ਖੁਦ ਜਾ ਕੇ ਅਸੈਂਬਲ ਕਰਾਇਆ ਉੱਥੇ। ਜੀ। ਔਰ ਸਰ ਤੁਹਾਡੇ ਅੰਡਰ launch- ਕਿੰਨੀ ਟੀਮ ਹੈ, ਤੁਹਾਡੀ ਟੀਮ ਕਿੰਨੀ ਹੈ ਇਸ ਪੂਰੇ ਤੁਹਾਡੇ ਕੁਆਲਿਟੀ ਚੈੱਕ ਦੇ ਵਿੱਚ, ਪ੍ਰੋਜੈਕਟ ਮੈਨੇਜਮੈਂਟ ਦੇ ਵਿੱਚ? ਸਾਡੀ ਜੋ ਮੇਰੀ ਟੀਮ ਸੀ ਇਹ ਕਰੀਬ 22 ਜਣਿਆਂ ਦੀ ਟੀਮ ਸੀ, ਰਾਈਟ। ਪਰ ਉਹ ਅਲੱਗ-ਅਲੱਗ ਪ੍ਰੋਜੈਕਟਸ ਤੇ ਕੰਮ ਕਰਦੇ ਆ। ਇਸ ਪ੍ਰੋਜੈਕਟ ਤੇ ਕਰੀਬ ਉਹਦੇ ਵਿੱਚ 4-5 ਜਣੇ ਕੰਮ ਕਰਦੇ ਆ। ਬਾਕੀ ਕਿਉਂਕਿ 12-14 ਪ੍ਰੋਜੈਕਟ ਪੈਰਲਲ ਚੱਲਦੇ ਰਹਿੰਦੇ ਆ ਤੇ ਫਿਰ ਉਸ ਹਿਸਾਬ ਨਾਲ ਅਲੱਗ-ਅਲੱਗ ਬੰਦਿਆਂ ਨੂੰ ਅਲੱਗ ਕੰਮ ਤੇ ਲਗਾਈਦਾ। ਤੇ ਅਗਲੇ ਪ੍ਰੋਜੈਕਟਸ ਵਾਸਤੇ ਵੀ ਸਰ ਤਿਆਰ ਹੋ ਤੁਸੀਂ? ਹਾਂਜੀ, ਆਲਰੇਡੀ ਕਾਫੀ ਸਾਰੇ ਪ੍ਰੋਜੈਕਟ ਰੈਡੀ ਹੈਗੇ ਆ ਲਾਂਚ ਵਾਸਤੇ ਜੀ। ਔਰ ਕੁਝ ਬਣ ਰਿਹਾ। ਇੱਕ ਪ੍ਰੋਜੈਕਟ ਆ ਸਾਡਾ ਸਪੈਡੈਕਸ ਕਰਕੇ ਆ, ਜੋ ਡੌਕਿੰਗ ਹੈਗਾ, ਡੌਕਿੰਗ ਐਕਸਪੈਰੀਮੈਂਟ ਆ। ਜਿੱਦਾਂ ਇੱਕ ਸੈਟੇਲਾਈਟ ਅਸੀਂ ਸਪੇਸ ਵਿੱਚ ਭੇਜਿਆ ਹੋਇਆ ਔਰ ਅਗਰ ਅਸੀਂ ਉਹਨੂੰ ਸਰਵਿਸ ਕਰਨਾ ਹੈ, ਓਕੇ ਠੀਕ ਹੈ, ਤੇ ਸਾਨੂੰ ਦੂਜਾ ਸੈਟੇਲਾਈਟ ਭੇਜ ਕੇ ਉਹਦੇ ਨਾਲ ਡੌਕਿੰਗ ਕਰਨੀ ਪਏਗੀ, ਉਹਦੇ ਨਾਲ ਜੋੜਨਾ ਪਏਗਾ, ਤਾਂ ਹੀ ਅਸੀਂ ਉਸਨੂੰ ਸਰਵਿਸ ਕਰ ਸਕਦੇ ਹਾਂ। ਰਾਈਟ ਤੇ ਰਾਈਟ। ਉਹ ਜੋ ਐਕਸਪੈਰੀਮੈਂਟ ਹੈਗਾ ਉਹ ਅਸੀਂ ਲਾਂਚ ਕਰਨਾ ਨੈਕਸਟ ਈਅਰ। ਆਲਰੇਡੀ ਇੱਕ ਸੂਰਜ ਦੇ ਕਰੋਨਾ ਦੀ ਸਟੱਡੀ ਕਰਨ ਵਾਸਤੇ ਸੈਟੇਲਾਈਟ ਭੇਜਨੇ ਆ ਆਦਿਤਿਆ L1, ਉਹ ਅਗਲੇ ਮਹੀਨੇ ਦੇ ਪਹਿਲੇ ਹਫਤੇ ਜਾ ਰਿਹਾ ਹੈਗਾ। ਹੋਰ ਕਈ ਬਹੁਤ ਸਾਰੇ ਸੈਟੇਲਾਈਟ ਆ ਜੀ। ਸਰ ਹਰ ਇੱਕ ਜ਼ਿੰਦਗੀ ਦੇ ਵਿੱਚ, ਇਨਸਾਨ ਦੀ ਜ਼ਿੰਦਗੀ ਦੇ ਵਿੱਚ ਮੋਟੀਵੇਸ਼ਨ ਕੋਈ ਨਾ ਕੋਈ ਵਿਅਕਤੀ ਹੁੰਦਾ ਹੈ ਜਾਂ ਕਿਸੇ ਨਾ ਕਿਸੇ ਤੋਂ ਉਹਨੂੰ ਮੋਟੀਵੇਸ਼ਨ ਬਹੁਤ ਮਿਲਦੀ ਹੁੰਦੀ ਹੈ। ਤੁਹਾਡੀ ਲਾਈਫ ਦੇ ਵਿੱਚ ਅਜਿਹਾ ਇਨਸਾਨ ਕੌਣ ਸੀਗਾ ਜਿਸ ਨੇ ਤੁਹਾਨੂੰ ਬਹੁਤ ਮੋਟੀਵੇਸ਼ਨ ਦਿੱਤੀ ਕਿ ਹਾਂ, ਭਾਵੇਂ ਬਹੁਤ ਅਪਸ ਐਂਡ ਡਾਊਨਸ ਆਏ, ਕਈ ਵਾਰ ਉਹ ਚੀਜ਼ਾਂ ਜੋ ਸੋਚੀਆਂ ਹੁੰਦੀਆਂ ਨੇ ਉਹ ਨਹੀਂ ਹੋ ਪਾ ਰਹੀਆਂ ਹੁੰਦੀਆਂ, ਬੰਦਾ ਬਹੁਤ ਫਰਸਟ੍ਰੇਟ ਹੋ ਜਾਂਦਾ, ਪਰ ਤੁਹਾਡੇ ਵਿੱਚ ਉਹ ਮੋਟੀਵੇਸ਼ਨ ਹਮੇਸ਼ਾ ਉਸ ਵਿਅਕਤੀ ਨੇ ਜਾਂ ਉਸ ਚੀਜ਼ ਤੋਂ ਤੁਹਾਨੂੰ ਮਿਲੀ, ਤਾਂ ਉਹ ਕੌਣ ਸੀ ਚੀਜ਼? ਪਹਿਲੀ ਮੋਟੀਵੇਸ਼ਨ ਤੇ ਸਾਡੇ ਮਾਪਿਓ ਹੁੰਦੇ ਆ, ਜੋ ਸਾਡੇ ਲਈ ਸੋਚਦੇ ਆ ਚੰਗਾ, ਸਾਡੇ ਲਈ ਹਮੇਸ਼ਾ ਚੰਗਾ ਕਰਦੇ ਆ ਔਰ ਉਹ ਦੇਖਣਾ ਚਾਹੁੰਦੇ ਆ ਕਿ ਅਸੀਂ ਚੰਗੇ ਰਹੀਏ, ਚੰਗਾ ਕੰਮ ਕਰੀਏ, ਉਹਨਾਂ ਦਾ ਨਾਮ ਹੀ ਕਰੀਏ ਔਰ ਆਪ ਵੀ ਕੁਝ ਬਣ ਜਾਈਏ ਜੀ। ਦੂਸਰਾ, ਸਾਨੂੰ ਗੁਰੂ ਦੀ ਗਾਈਡੈਂਸ ਹਮੇਸ਼ਾ ਮਿਲਦੀ ਰਹਿੰਦੀ ਆ। ਜੇ ਗੁਰੂ ਨੂੰ ਅੰਗ ਸੰਗ ਸਮਝੀਏ ਤਾਂ ਅਸੀਂ ਚੜ੍ਹਦੀ ਕਲਾ ਚ ਰਹਿੰਦੇ ਆ ਤੇ ਸਾਡਾ ਡਾਊਨਫਾਲ ਕਦੇ ਨਹੀਂ ਹੁੰਦਾ ਹੈਗਾ। ਸਾਡੇ ਇਮੋਸ਼ਨਸ ਡਾਊਨ ਕਦੇ ਨਹੀਂ ਹੁੰਦੇ। ਜੇ ਹੁੰਦੇ ਆ ਤਾਂ ਅਸੀਂ ਬਾਣੀ ਪੜ੍ਹੀਏ ਤਾਂ ਸਾਨੂੰ ਉਹ ਚੜ੍ਹਦੀ ਕਲਾ ਦਾ ਜੀਵਨ ਮਿਲਦਾ ਹੈਗਾ, ਗੁਰੂ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਆ। ਬਾਕੀ ਜੋ ਰਿਸ਼ਤੇਦਾਰ ਨੇ, ਜੋ ਸਾਡੇ ਭੈਣ ਭਰਾ ਨੇ, ਉਹਨਾਂ ਤੋਂ ਮੋਟੀਵੇਸ਼ਨ ਮਿਲਦੀ ਆ, ਘਰ ਪਰਿਵਾਰ ਤੋਂ ਮੋਟੀਵੇਸ਼ਨ ਮਿਲਦੀ ਆ, ਆਪਣੀ ਜੋ ਅਰਧਾਂਗਣੀ ਹੁੰਦੀ ਆ ਉਹਦੇ ਤੋਂ ਮੋਟੀਵੇਸ਼ਨ ਮਿਲਦੀ ਆ, ਬੱਚਿਆਂ ਤੋਂ ਮੋਟੀਵੇਸ਼ਨ ਮਿਲਦੀ ਆ। ਤੇ ਆਪਾਂ ਹਮੇਸ਼ਾ ਮਤਲਬ ਇੱਕ ਦੂਜੇ ਨੂੰ ਵੇਖ ਕੇ, ਇੱਕ ਦੂਜੇ ਤੋਂ ਪਿਆਰ ਲੈ ਕੇ, ਇੱਕ ਦੂਜੇ ਨਾਲ ਐਨਕਰੇਜਮੈਂਟ ਲੈ ਕੇ ਜੀਵਨ ਚੱਲਦਾ ਹੈ ਤੇ ਉਸ ਹਿਸਾਬ ਨਾਲ ਮੋਟੀਵੇਸ਼ਨ ਮਿਲਦੀ ਹੈ। ਔਰ ਜਦੋਂ ਅਜਿਹਾ ਕ੍ਰੂਸ਼ੀਅਲ ਮੂਮੈਂਟ ਹੁੰਦਾ, ਇਨਸਾਨ ਬਾਣੀ ਬਹੁਤ ਪੜ੍ਹਦਾ ਹੈ ਉਦੋਂ ਮਨ ਦੇ ਵਿੱਚ, ਤਾਂ ਜਦੋਂ ਇਹ ਪੂਰਾ ਚੱਲ ਰਿਹਾ ਸੀਗਾ ਲਾਂਚ ਦਾ ਸਿਸਟਮ, ਤਾਂ ਤੁਸੀਂ ਵੀ ਕੀ ਬਾਣੀ ਪੜ੍ਹ ਰਹੇ ਸੀਗੇ? ਹਾਂਜੀ, ਗੁਰੂ ਸਾਹਿਬ ਹਮੇਸ਼ਾ ਯਾਦ ਆਉਂਦੇ, ਜਿੱਥੇ ਲੋੜ ਹੁੰਦੀ ਹੈ ਗੁਰੂ ਦੀ ਉੱਥੇ ਯਾਦ ਕਰੀਦਾ ਆਪਾਂ ਜੀ, ਠੀਕ ਹੈ ਨਾ। ਆਪਾਂ ਸਾਰੇ ਮਤਲਬ ਦੇ ਯਾਰ ਆ ਨਾ। ਜਦੋਂ ਸਾਨੂੰ ਲੋੜ ਪੈਂਦੀ ਆ ਵੀ ਇੱਥੇ ਸਾਨੂੰ ਉੱਠਿਆ ਇਹ, ਤੇ ਆਪਾਂ ਕਿਹਨੂੰ ਯਾਦ ਕਰਦੇ ਆ? ਗੁਰੂ ਨੂੰ ਯਾਦ ਕਰਦੇ ਆ ਜੀ। ਗੁਰੂ ਸਾਹਿਬ ਨਹੀਂ ਸੋਚਦੇ ਕਿ ਇਹ ਮੈਨੂੰ ਇਹਨੇ ਹੁਣ ਮੁਸ਼ਕਲ ਚ ਯਾਦ ਕੀਤਾ, ਜਦੋਂ ਖੁਸ਼ ਹੁੰਦਾ ਉਦੋਂ ਯਾਦ ਨਹੀਂ ਕਰਦਾ ਹੋਏਗਾ, ਠੀਕ ਹੈ, ਪਰ ਫਿਰ ਵੀ ਉਹ ਆ ਕੇ ਹੈਲਪ ਕਰਦੇ ਆ, ਮਦਦ ਕਰਦੇ ਆ, ਬਿਲਕੁਲ ਆਪਣੀ ਬਖਸ਼ਿਸ਼ ਕਰਦੇ ਆ। ਜੀ ਬਿਲਕੁਲ ਸਰ, ਤਾਂ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਔਰ ਤੁਸੀਂ ਇਕੱਲੇ ਭਾਰਤ 'ਚ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਸਿੱਖ ਕਮਿਊਨਿਟੀ ਬੈਠੀ ਹੋਈ ਹੈ, ਸਭ ਦਾ ਤੁਸੀਂ ਸਿਰ ਬਹੁਤ ਉੱਚਾ ਕੀਤਾ। ਸਾਰੇ ਅੱਜ ਬਹੁਤ ਮਾਣ ਤੁਹਾਡੇ ਉੱਤੇ ਮਹਿਸੂਸ ਕਰ ਰਹੇ ਨੇ ਕਿ ਮਹਿੰਦਰਪਾਲ ਸਿੰਘ ਜੀ ਉਹਨਾਂ ਦੀ ਜੋ ਇਹ ਕੰਟਰੀਬਿਊਸ਼ਨ ਰਹੀ ਇਸ ਪੂਰੇ ਪ੍ਰੋਜੈਕਟ ਦੇ ਵਿੱਚ, ਉਸ ਤੋਂ ਹਰ ਕੋਈ ਜੋ ਹੈ ਅੱਜ ਬਹੁਤ ਮਾਣ ਦੇ ਨਾਲ ਆਪਣਾ ਸਿਰ ਉੱਚਾ ਚੱਕ ਕੇ ਤੁਹਾਨੂੰ ਵੀ ਔਰ ਇਸ ਪੂਰੇ ਪ੍ਰੋਜੈਕਟ ਦੀ ਕਾਮਯਾਬੀ ਦੇ ਲਈ ਮੁਬਾਰਕਾਂ ਦੇ ਰਿਹਾ ਸਰ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਨਹੀਂ ਸਮਝਦਾ ਕਿ ਮੈਂ ਆਪ ਇੰਨੇ ਮਾਣ ਦਾ ਹੱਕਦਾਰ ਹਾਂ, ਪਰ ਸਾਰਿਆਂ ਨੇ ਬਹੁਤ ਮਾਣ ਦਿੱਤਾ, ਖਾਸ ਕਰਕੇ ਆਪਣੇ ਪੰਜਾਬੀਆਂ ਨੇ। ਔਰ ਗੁਰੂ ਸਾਹਿਬ ਦੀ ਬਹੁਤ ਬਖਸ਼ਿਸ਼ ਹੈ ਕਿ ਜੋ ਨਿਮਾਣਿਆਂ ਨੂੰ ਮਾਣ ਬਖਸ਼ ਦਿੰਦੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਬਹੁਤ ਹੀ ਮਤਲਬ ਆਪਣੇ ਆਪ ਨੂੰ ਨਿਮਾਣਾ ਫੀਲ ਹੋ ਰਿਹਾ ਕਿ ਹਾਂ, ਗੁਰੂ ਸਾਹਿਬ ਦੀ ਇੰਨੀ ਬਖਸ਼ਿਸ਼ ਹੋਈ ਆ। ਬਿਲਕੁਲ। ਔਰ ਸਰ ਅਸੀਂ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ ਤੁਸੀਂ ਇਸੇ ਤਰੀਕੇ ਦੇ ਨਾਲ ਇਸ ਖੇਤਰ ਦੇ ਵਿੱਚ ਕੰਮ ਕਰਦੇ ਰਹੋ ਔਰ ਸਾਡਾ ਤੁਸੀਂ ਜੋ ਸਿਰ ਹੈ ਉਹ ਇਸੇ ਤਰੀਕੇ ਨਾਲ ਉੱਚਾ ਰੱਖਦੇ ਰਹੋ ਔਰ ਸਾਨੂੰ ਹੋਰ ਮਾਣ ਦਿਵਾਉਂਦੇ ਰਹੋ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜੁੜਨ ਦੇ ਲਈ। ਸ਼ੁਕਰੀਆ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਸਰ, ਥੈਂਕ ਯੂ। ਸਤਿ ਸ਼੍ਰੀ ਅਕਾਲ।